हेलो स्टूडेंट्स, आई एम सुखिंदर फ्रॉम डिपार्टमेंट ऑफ इकनॉमिक्स GGDST कॉलेज हरियाणा हुशियारपुर। ਅੱਜ ਅਸੀਂ ਜੋ ਟੌਪਿਕ ਸ਼ੁਰੂ ਕੀਤਾ ਸੀ ਪਿਛਲੇ ਲੈਕਚਰ ਦੇ ਵਿੱਚ ਨੇਚਰ ਐਂਡ ਸਕੋਪ ਆਫ ਇਕਨੋਮਿਕਸ, ਉਹਦੇ ਵਿੱਚ ਸਬਜੈਕਟ ਮੈਟਰ ਆਫ ਇਕਨੋਮਿਕਸ ਜਿਹੜਾ ਉਹ ਕੱਲ੍ਹ ਆਪਾਂ ਕਰ ਲਿਆ ਸੀਗਾ, ਕੱਲ੍ਹ ਲਾਸਟ ਲੈਕਚਰ ਦੇ ਵਿੱਚ ਕਰ ਲਿਆ ਸੀਗਾ। ਅੱਜ ਅਸੀਂ ਕਰਾਂਗੇ ਨੇਚਰ, ਸਬਜੈਕਟ ਮੈਟਰ, ਨੇਚਰ ਐਂਡ ਲਿਮਿਟੇਸ਼ਨਸ। ਜਦੋਂ ਅਸੀਂ ਕਰ ਲੈਂਦੇ ਤਿੰਨੋਂ ਅਤੇ ਸਾਡਾ ਨੇਚਰ ਐਂਡ ਸਕੋਪ ਆਫ ਇਕਨੋਮਿਕਸ ਜੋ ਕੁਐਸਚਨ ਹੈ, ਲੈਂਥੀ ਕੁਐਸਚਨ ਹੈ, ਕਵਰ ਹੋ ਜਾਏਗਾ। ਅੱਜ ਆਪਾਂ ਕਰਾਂਗੇ ਨੇਚਰ ਆਫ ਇਕਨੋਮਿਕਸ। ਨੇਚਰ ਆਫ ਇਕਨੋਮਿਕਸ ਜਿਹੜੀ ਹੈ ਇਹਦੇ ਵਿੱਚ ਉਹੀ ਹੈ ਕਿ ਕੀ ਇਕਨੋਮਿਕਸ ਸਾਇੰਸ ਹੈ ਜਾਂ ਕੀ ਇਕਨੋਮਿਕਸ ਆਰਟ ਹੈ। ਜੇ ਇਕਨੋਮਿਕਸ ਸਾਇੰਸ ਹੈ ਤਾਂ ਸਾਇੰਸ ਵੀ ਅੱਗੇ ਦੋ ਤਰ੍ਹਾਂ ਦੀ ਹੁੰਦੀ ਹੈ। ਉਹ ਕਿੱਦਾਂ ਦੀ ਸਾਇੰਸ ਹੈ, ਬਹੁਤ ਡਿਟੇਲ ਦੇ ਵਿੱਚ ਇੱਥੇ ਤੁਹਾਡੇ ਸਾਹਮਣੇ ਹੈਗਾ, ਪਰ ਇੰਨਾ ਜ਼ਿਆਦਾ ਨਹੀਂ ਕਰਨਾ ਹੋਏਗਾ, ਆਪਾਂ ਥੋੜ੍ਹਾ ਹੀ ਕਰਨਾ ਹੋਏਗਾ, ਇਸ ਲਈ ਮੈਂ ਉਹ ਕਰਨ ਲੱਗੀ ਹਾਂ। ਅਰਥ ਸ਼ਾਸਤਰ ਦਾ ਸੁਭਾਅ। ਹੁਣ ਕਿਸੇ ਵੀ ਸ਼ਾਸਤਰ, ਕਿਸੇ ਵੀ ਜਦੋਂ ਸਬਜੈਕਟ ਦੀ ਗੱਲ ਕਰਦੇ ਹਾਂ, ਅਸੀਂ ਉਹਦੇ ਸੁਭਾਅ ਦੀ ਗੱਲ ਕਰਦੇ ਹਾਂ, ਤਾਂ ਦੇਖਣਾ ਇਹ ਹੁੰਦਾ ਕਿ ਉਹ ਸਾਇੰਸ ਆ ਜਾਂ ਉਹ ਆਰਟ ਆ, ਜਾਂ ਸਾਇੰਸ ਐਂਡ ਆਰਟ ਦੋਵੇਂ ਆ। ਤਾਂ ਸਾਨੂੰ ਇਕਨੋਮਿਕਸ ਦੇ ਲਈ ਵੀ ਪਤਾ ਕਰਨਾ ਪਏਗਾ। ਪ੍ਰੋਫੈਸਰ ਸੈਮੂਅਲਸਨ ਨੇ ਤਾਂ ਕਿਹਾ ਸੀ ਕਿ ਅਰਥ ਸ਼ਾਸਤਰ ਕਲਾ ਖੇਤਰ ਵਿੱਚ ਪੁਰਾਣਾ ਅਤੇ ਵਿਗਿਆਨ ਖੇਤਰ ਵਿੱਚ ਨਵਾਂ ਆ। ਭਾਵ ਕੀ ਸੀ ਕਿ ਅਰਥ ਸ਼ਾਸਤਰ ਵਿਗਿਆਨ ਵੀ ਹੈ ਅਤੇ ਕਲਾ ਵੀ। ਅਰਥ ਸ਼ਾਸਤਰ ਦਾ ਸੁਭਾਅ ਇਸੇ ਤਰ੍ਹਾਂ ਦੇਖਿਆ ਜਾਂਦਾ ਕਿ ਇਹ ਵਿਗਿਆਨ ਆ ਜਾਂ ਕਲਾ ਆ। ਜੇ ਵਿਗਿਆਨ ਆ ਤਾਂ ਕੀ ਇਹ ਵਾਸਤਵਿਕ ਵਿਗਿਆਨ ਆ ਜਾਂ ਆਦਰਸ਼ਵਾਦੀ ਵਿਗਿਆਨ ਆ। ਠੀਕ ਹੈ, ਹੁਣ ਸਭ ਤੋਂ ਪਹਿਲੇ ਜਿਹੜੀ ਗੱਲ ਆਏਗੀ, ਬਟ ਸਾਇੰਸ ਹੁੰਦੀ ਕੀ ਆ। ਜੇ ਅਸੀਂ ਕਹੀਏ ਕਿ ਇਕਨੋਮਿਕਸ ਇੱਕ ਸਾਇੰਸ ਆ, ਤਾਂ ਸਾਇੰਸ ਕੀ ਹੁੰਦੀ ਹੈ? ਸਾਇੰਸ ਕੀ ਆ? ਜਦੋਂ ਅਸੀਂ ਕਿਸੇ ਚੀਜ਼ ਦੀ, ਕਿਸੇ ਵਿਸ਼ੇਸ਼ ਘਟਨਾ ਦੀ ਸਟੱਡੀ ਕਰਦੇ ਹਾਂ ਅਤੇ ਉਹਦੇ ਜਿਹੜੇ ਨਤੀਜੇ ਆ ਜਦੋਂ ਸਰਵ ਵਿਆਪਕ ਹੋ ਜਾਂਦੇ ਆ, ਮਤਲਬ ਜਦੋਂ ਕਿਸੇ ਵੀ ਚੀਜ਼ ਦੇ ਰੂਲਸ, ਜਿਹੜੇ ਕੋਈ ਰੂਲਸ ਆ ਸਰਵ ਵਿਆਪਕ ਹੋ ਜਾਂਦੇ ਆ, ਉਹਨੂੰ ਸਾਇੰਸ ਕਿਹਾ ਜਾਂਦਾ। ਲਾਈਕ ਗੁਰਤਾਕਰਸ਼ਣ ਵਾਲਾ ਸਾਡਾ ਨਿਯਮ ਹੈਗਾ ਕਿ ਆਪਾਂ ਕੋਈ ਚੀਜ਼ ਉੱਪਰ ਨੂੰ ਸਿੱਟਾਂਗੇ ਤਾਂ ਉਹ ਹੇਠਾਂ ਨੂੰ ਆਏਗੀ। ਇਹ ਗੁਰਤਾਕਰਸ਼ਣ ਦਾ ਨਿਯਮ ਹੈ ਔਰ ਇਹ ਸਾਇੰਸ ਦਾ ਨਿਯਮ ਹੈ। ਮਤਲਬ ਸਾਇੰਸ ਕੀ ਹੈ ਕਿ ਇੱਕ ਨਿਯਮ ਬਣਾਇਆ, ਉਹ ਪੱਕਾ ਹੈ ਕਿ ਉੱਪਰ ਸਿੱਟੀ ਹੋਈ ਚੀਜ਼ ਹਮੇਸ਼ਾ ਹੇਠਾਂ ਨੂੰ ਆਏਗੀ। ਠੀਕ ਇਸੇ ਤਰ੍ਹਾਂ ਇਕਨੋਮਿਕਸ ਦੇ ਵਿੱਚ ਵੀ ਇਸੇ ਤਰ੍ਹਾਂ ਹੁੰਦਾ ਕਿ ਜਿਹੜੇ ਇਕਨੋਮਿਕਸ ਦੇ ਰੂਲਸ ਆ ਉਹ ਜਿਹੜੇ ਆ ਉਹ ਸਾਰੀ ਜਗ੍ਹਾ ਜਿਹੜੇ ਅਪਲਾਈ ਹੁੰਦੇ ਆ। ਲਾਈਕ ਜੇ ਆਪਾਂ ਕਹਿੰਦੇ ਹਾਂ ਕਿ ਪ੍ਰਾਈਸ ਵਧੂਗਾ ਤਾਂ ਡਿਮਾਂਡ ਘਟੇਗੀ, ਅਤੇ ਇਹ ਇਸੇ ਤਰ੍ਹਾਂ ਹੁੰਦਾ ਹੀ ਹੈ। ਬਹੁਤ ਰੇਅਰ ਕੰਡੀਸ਼ਨਸ ਨੂੰ ਛੱਡ ਕੇ ਹਮੇਸ਼ਾ ਜਦੋਂ ਪ੍ਰਾਈਸ ਘਟਦਾ ਹੈ ਤਾਂ ਡਿਮਾਂਡ ਦੇ ਵਿੱਚ ਵਾਧਾ ਹੁੰਦਾ, ਜਦੋਂ ਪ੍ਰਾਈਸ ਵੱਧਦਾ ਤਾਂ ਡਿਮਾਂਡ ਦੇ ਵਿੱਚ ਕਮੀ ਹੁੰਦੀ। ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਇਕਨੋਮਿਕਸ ਹੈ ਜਿਹੜੀ ਇੱਕ ਸਾਇੰਸ ਹੈ। ਫਿਰ ਵੀ ਵਿਗਿਆਨ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ? ਸਭ ਤੋਂ ਪਹਿਲਾਂ ਤਾਂ ਵਿਗਿਆਨ ਤੱਥਾਂ 'ਤੇ ਆਧਾਰਿਤ ਹੁੰਦਾ, ਕਲੈਕਸ਼ਨ ਆਫ ਫੈਕਟਸ। ਇਹਦੇ ਵਿੱਚ ਤੱਥਾਂ ਨੂੰ ਇਕੱਠੇ ਕੀਤਾ ਜਾਂਦਾ। ਇਕਨੋਮਿਕਸ ਦੇ ਵਿੱਚ ਜਦੋਂ ਨਿਯਮ ਬਣਾਏ ਜਾਂਦੇ ਆ ਤਾਂ ਤੱਥ ਇਕੱਠੇ ਕੀਤੇ ਜਾਂਦੇ ਆ। ਫਿਰ ਉਹਦੇ ਵਿੱਚ ਵਿਗਿਆਨ ਦੇ ਵਿੱਚ ਮੀਜਰਮੈਂਟ ਕੀਤੀ ਜਾਂਦੀ ਹੈ, ਮਾਪ ਕੀਤਾ ਜਾਂਦਾ। ਫਿਰ ਇਸੇ ਤਰ੍ਹਾਂ ਇਕਨੋਮਿਕਸ ਦੇ ਵਿੱਚ ਵੀ ਮੀਜਰਮੈਂਟ ਕੀਤੀ ਜਾਂਦੀ, ਮੈਥਮੈਟਿਕਸ ਲਗਾ ਕੇ, ਸਟੈਟਿਸਟਿਕਸ ਲਗਾ ਕੇ, ਡਾਟਾ ਯੂਜ਼ ਕਰਕੇ ਪੂਰੀ ਜਿਹੜੀ ਆ ਮੀਜਰਮੈਂਟ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸਾਇੰਸ ਦੇ ਵਿੱਚ ਨਿਯਮ ਦੀ ਐਕਸਪਲੇਨੇਸ਼ਨ ਹੁੰਦੀ ਹੈ, ਇਕਨੋਮਿਕਸ ਦੇ ਵਿੱਚ ਵੀ ਨਿਯਮ ਦੀ ਐਕਸਪਲੇਨੇਸ਼ਨ ਹੁੰਦੀ ਹੈ। ਇਸ ਤੋਂ ਅਗਲਾ ਚੈਪਟਰ ਸ਼ਾਇਦ ਆਪਾਂ ਕਰਨ ਜਾ ਰਹੇ ਹਾਂ, ਲਾਅ ਆਫ ਡਿਮਾਂਡ, ਨਿਯਮ ਦੀ ਵਿਆਖਿਆ ਹੋਣੀ ਹੈ ਪੂਰੀ। ਉਸ ਤੋਂ ਬਾਅਦ ਫਿਰ ਵੈਰੀਫਿਕੇਸ਼ਨ ਐਂਡ ਵੈਲਿਡਿਟੀ ਆਫ ਦੀ ਲਾਜ਼, ਸੱਚਾਈ ਦੀ ਪੜਤਾਲ ਕਰਦੇ ਹਾਂ ਕਿ ਨਿਯਮ ਸੱਚੀ ਇਸੇ ਤਰ੍ਹਾਂ ਦਾ ਸਾਇੰਸ ਦੇ ਵਿੱਚ ਇਸ ਤਰ੍ਹਾਂ ਕੀਤਾ ਜਾਂਦਾ। ਅਤੇ ਠੀਕ ਇਹੀ ਇਕਨੋਮਿਕਸ ਦੇ ਵਿੱਚ ਵੀ ਕੀਤਾ ਜਾਂਦਾ ਕਿ ਸੱਚਮੁੱਚ ਹੈ ਕਿ ਜੇ ਪ੍ਰਾਈਸ ਵਧਾਵਾਂਗੇ ਤਾਂ ਡਿਮਾਂਡ ਘੱਟ ਜਾਏਗੀ। ਠੀਕ ਹੈ, ਇਟ ਮੀਨਸ ਸਾਇੰਸ ਦੇ ਵਾਂਗ ਹੀ ਆ ਕਿ ਪਹਿਲਾਂ ਫੈਕਟ ਇਕੱਠੇ ਕੀਤੇ ਜਾਂਦੇ ਆ, ਫਿਰ ਨਿਯਮ ਜਿਹੜਾ ਬਣਾਇਆ ਜਾਂਦਾ, ਫਿਰ ਉਹਦੀ ਪੜਤਾਲ ਕੀਤੀ ਜਾਂਦੀ ਹੈ। ਠੀਕ ਇਸੇ ਤਰ੍ਹਾਂ ਇਕਨੋਮਿਕਸ ਦੇ ਵਿੱਚ ਵੀ ਕੀਤੀ ਜਾਂਦੀ ਆ। ਪਰ ਅਤੇ ਹੁਣ ਅੱਗੇ ਕੁਐਸਚਨ ਇਹ ਹੈ ਕਿ ਜੇ ਇਕਨੋਮਿਕਸ ਇੱਕ ਸਾਇੰਸ ਹੈ ਤਾਂ ਫਿਰ ਸਾਇੰਸ ਵੀ ਅੱਗੇ ਦੋ ਤਰ੍ਹਾਂ ਦੀ ਹੁੰਦੀ ਹੈ। ਕੀ ਇਹ ਸਮਾਜਿਕ ਸੋਸ਼ਲ ਸਾਇੰਸ ਹੈ? ਅਤੇ ਇਹ ਇਕਨੋਮਿਸਟ ਮੰਨਦੇ ਆ ਕਿ ਇਹ ਸ਼ਾਇਦ ਇੱਕ ਸੋਸ਼ਲ ਸਾਇੰਸ ਹੈ, ਅਤੇ ਜਾਂ ਕਿ ਇਹ ਨੈਚੁਰਲ ਸਾਇੰਸ ਆ। ਥੋੜ੍ਹੇ ਜਿਹੇ ਇਕਨੋਮਿਸਟ ਇਹ ਵੀ ਮੰਨਦੇ ਆ ਕਿ ਇਕਨੋਮਿਕਸ ਆ ਜਿਹੜੀ ਉਹ ਨੈਚੁਰਲ ਸਾਇੰਸ ਵੀ ਆ। ਪ੍ਰੋਫੈਸਰ ਸੈਲਿਗਮੈਨ ਹੀ ਮੰਨਦੇ ਆ ਕਿ ਇਹ ਇੱਕ ਸੋਸ਼ਲ ਸਾਇੰਸ ਵੀ ਹੈ ਅਤੇ ਨੈਚੁਰਲ ਸਾਇੰਸ ਵੀ ਆ। ਹੁਣ ਜੇ ਇਕਨੋਮਿਕਸ ਇੱਕ ਸੋਸ਼ਲ ਸਾਇੰਸ ਹੈਗੀ ਆ ਅਤੇ ਇਹਦੇ ਪੱਖ 'ਚ ਦਲੀਲਾਂ ਕੀ ਆ? ਸੋਸ਼ਲ ਸਾਇੰਸ ਦੇ ਵਿੱਚ ਲੜੀਵਾਰ ਅਧਿਐਨ ਕੀਤਾ ਜਾਂਦਾ, ਇਕਨੋਮਿਕਸ ਦੇ ਵਿੱਚ ਵੀ ਲੜੀਵਾਰ ਅਧਿਐਨ ਕੀਤਾ ਜਾਂਦਾ। ਲਾਈਕ ਜਿਸ ਤਰ੍ਹਾਂ ਕਿ ਤੁਸੀਂ ਡਿਮਾਂਡ ਕਦੋਂ ਕਰਦੇ ਹੋ? ਤੁਸੀਂ ਡਿਮਾਂਡ ਕਰਦੇ ਹੋ ਜਦੋਂ ਪਹਿਲਾਂ ਕੋਈ ਇਨਵੈਸਟਮੈਂਟ ਕਰਦਾ, ਦੈਨ ਲੇਬਰਰ ਦੀ ਡਿਮਾਂਡ ਹੁੰਦੀ ਹੈ, ਇੰਪਲਾਈਮੈਂਟ ਦੇ ਵਿੱਚ ਵਾਧਾ ਹੁੰਦਾ। ਜਦੋਂ ਇੰਪਲਾਈਮੈਂਟ ਵਧੂਗੀ ਦੈਨ ਤੁਹਾਨੂੰ ਇਨਕਮ ਮਿਲੇਗੀ। ਜਦੋਂ ਇਨਕਮ ਜਨਰੇਟ ਹੁੰਦੀ ਹੈ, ਤੁਹਾਡੇ ਤੱਕ ਇਨਕਮ ਆਉਂਦੀ ਹੈ, ਤਾਂ ਫਿਰ ਤੁਹਾਡੀ ਜਿਹੜੀ ਆ ਡਿਮਾਂਡ ਦੇ ਵਿੱਚ ਵਾਧਾ ਹੁੰਦਾ। ਮੀਨਸ ਇੱਕ ਪੂਰੀ ਸਿਸਟਮੈਟਿਕ ਸਟੱਡੀ ਹੈ। ਉਸ ਤੋਂ ਬਾਅਦ ਵਿਗਿਆਨਕ ਨਿਯਮ ਆ। ਅਰਥ ਸ਼ਾਸਤਰ ਦੇ ਜਿਹੜੇ ਨਿਯਮ ਆ, ਇਕਨੋਮਿਕਸ ਦੇ ਵੀ ਜਿਹੜੇ ਨਿਯਮ ਆ, ਉਹ ਪੂਰੀ ਤਰ੍ਹਾਂ ਵਿਗਿਆਨਕ ਨਿਯਮਾਂ ਵਾਂਗ ਹੀ ਆ। ਲਾਅ ਆਫ ਡਿਮਾਂਡ ਹਮੇਸ਼ਾ ਲਾਅ ਆਫ ਡਿਮਾਂਡ ਉਸੇ ਉਹ ਜੋ ਵੀ ਉਹਦੀਆਂ ਕੰਡੀਸ਼ਨਸ ਆ, ਜੋ ਵੀ ਉਹ ਹੈਗਾ, ਉਹ ਉਸੇ ਤਰ੍ਹਾਂ ਅਪਲਾਈ ਹੁੰਦਾ, ਚਾਹੇ ਕੋਈ ਵੀ ਕੰਡੀਸ਼ਨ ਹੋਵੇ ਕਿ ਕਿਸੇ ਵੀ ਚੀਜ਼ ਦੀ ਪ੍ਰਾਈਸ ਵਧੂਗੀ ਅਤੇ ਉਸ ਦੀ ਡਿਮਾਂਡ ਦੇ ਵਿੱਚ ਕਮੀ ਆਏਗੀ। ਫਿਰ ਨਿਯਮਾਂ ਦੀ ਸੱਚਾਈ ਹੈ ਕਿ ਜਿਹੜੇ ਨਿਯਮ ਆ ਕੁਛ ਇੱਕ ਮਾਨਤਾਵਾਂ 'ਤੇ ਆਧਾਰਿਤ ਹੁੰਦੇ ਆ,
ਅਤੇ ਉਹਨਾਂ ਦੇ ਆਧਾਰ 'ਤੇ ਭਵਿੱਖਬਾਣੀਆਂ ਕੀਤੀਆਂ ਜਾ ਸਕਦੀਆਂ। ਅਤੇ ਇਕਨੋਮਿਕਸ ਦੇ ਨਿਯਮਾਂ ਦੇ ਉੱਤੇ ਵੀ ਅਸੀਂ ਉਹਨਾਂ ਦੇ ਬੇਸ ਦੇ ਉੱਤੇ ਭਵਿੱਖਬਾਣੀ ਕਰ ਸਕਦੇ ਹਾਂ ਕਿ ਜੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਡਿਮਾਂਡ ਨੂੰ ਵਧਾਉਣਾ ਚਾਹੁੰਦੇ ਹਾਂ ਤਾਂ ਪ੍ਰਾਈਸ ਨੂੰ ਘਟਾ ਕੇ ਡਿਮਾਂਡ ਨੂੰ ਵਧਾ ਸਕਦੇ ਹਾਂ। ਇਹ ਸੋਸ਼ਲ ਸਾਇੰਸ ਜਿਹੜੀ ਆ, ਜੇ ਕੋਈ ਹੋਵੇ, ਕੋਈ ਸਬਜੈਕਟ ਸੋਸ਼ਲ ਸਾਇੰਸ ਹੋਵੇ ਤਾਂ ਉਹਦੇ ਲਈ ਇਹ ਤਰਕ ਆ, ਅਤੇ ਇਹ ਸਾਰੇ ਤਰਕ ਆ ਜਿਹੜੇ ਇਹ ਇਕਨੋਮਿਕਸ ਇਹਨਾਂ ਸਾਰੇ ਤਰਕਾਂ ਦੇ ਅਕੋਰਡਿੰਗ ਹੈ। ਇਸ ਲਈ ਮੰਨਿਆ ਜਾਂਦਾ ਕਿ ਇਕਨੋਮਿਕਸ ਹੈ ਜਿਹੜੀ ਉਹ ਸੋਸ਼ਲ ਸਾਇੰਸ ਹੈ। ਅਤੇ ਇਹਦੇ ਵੱਖ 'ਚ ਦਲੀਲਾਂ ਕੀ ਹੈ ਕਿ ਇਕਨੋਮਿਕਸ ਦੀ ਸਭ ਤੋਂ ਵੱਡੀ ਜਿਹੜੀ ਵੱਖ 'ਚ ਦਲੀਲ ਜਾਂਦੀ ਸੋਸ਼ਲ ਸਾਇੰਸ 'ਤੇ ਕਿ ਜਿਹੜੇ ਇਹਦੀ ਇੱਕ ਡੈਫੀਨੇਸ਼ਨ ਨਹੀਂ ਹੈ ਸਭ ਤੋਂ ਪਹਿਲਾਂ ਤਾਂ। ਫਿਰ ਲਾਅ ਐਗਜ਼ੈਕਟ ਨਹੀਂ ਹੁੰਦਾ, ਹਰੇਕ ਲਾਅ ਦੀਆਂ ਕੁਛ ਇੱਕ ਹਰੇਕ ਲਾਅ ਦੀਆਂ ਕੁਛ ਇੱਕ ਲਿਮਿਟੇਸ਼ਨਸ ਹੁੰਦੀਆਂ। ਅਤੇ ਲਾਈਕ ਜਿਸ ਤਰ੍ਹਾਂ ਜੇ ਪ੍ਰਾਈਸ ਵਧਣ 'ਤੇ ਡਿਮਾਂਡ ਘਟਦੀ ਆ, ਹੁੰਦਾ ਇਸੇ ਤਰ੍ਹਾਂ, ਪਰ 99% ਕੇਸਿਸ ਦੇ ਵਿੱਚ 1-2% ਕੇਸਿਸ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਪ੍ਰਾਈਸ ਵਧਣ ਦੇ ਬਾਵਜੂਦ ਵੀ ਡਿਮਾਂਡ ਦੇ ਵਿੱਚ ਕਮੀ ਨਹੀਂ ਆਉਂਦੀ। ਜਿਸ ਤਰ੍ਹਾਂ ਲਾਈਕ ਲਗਜ਼ਰੀ ਗੁੱਡਸ ਆ, ਜਾਂ ਜਿਹੜੀਆਂ ਚੀਜ਼ਾਂ ਆਪਾਂ ਵਿਖਾਵਾ ਕਰਨ ਲਈ ਯੂਜ਼ ਕਰਦੇ ਹਾਂ, ਉਹਦੇ ਵਿੱਚ ਤਾਂ ਜਿੰਨਾ ਕੋਈ ਪ੍ਰੋਡਕਟ ਦਾ ਪ੍ਰਾਈਸ ਜ਼ਿਆਦਾ ਹੋਏਗਾ, ਜਦੋਂ ਅਸੀਂ ਉਹਨੂੰ ਸ਼ੋਅ ਆਫ ਦੇ ਲਈ ਯੂਜ਼ ਕਰਨਾ ਹੋਏਗਾ, ਜਦੋਂ ਅਸੀਂ ਸਿਰਫ ਦਿਖਾਵਾ ਕਰਨਾ ਹੋਏਗਾ, ਜਦੋਂ ਅਸੀਂ ਆਪਣਾ ਸਟੈਂਡਰਡ ਆਫ ਲਿਵਿੰਗ ਹੀ ਸ਼ੋਅ ਕਰਨਾ ਹੋਏਗਾ, ਅਸੀਂ ਹਾਇਰ ਸਟੈਂਡਰਡ ਸ਼ੋਅ ਕਰਨਾ ਹੋਏਗਾ, ਉਸ ਕੇਸ ਦੇ ਵਿੱਚ ਜਿੰਨਾ ਪ੍ਰਾਈਸ ਜ਼ਿਆਦਾ ਹੋਏਗਾ ਉਨੀ ਉਹਦੀ ਡਿਮਾਂਡ ਜਿਹੜੀ ਹੈ ਉਹ ਜ਼ਿਆਦਾ ਕੀਤੀ ਜਾਏਗੀ। ਇਸ ਲਈ ਇਹ ਥੋੜ੍ਹੀਆਂ ਜਿਹੀਆਂ ਲਿਮਿਟੇਸ਼ਨਸ ਹੈਗੀਆਂ ਜਿਨ੍ਹਾਂ ਦੇ ਕਰਕੇ ਕਿਹਾ ਜਾ ਸਕਦਾ ਕਿ ਇਹ ਜਿਹੜੀ ਆਰਟਸ ਸ਼ਾਸਤਰ ਆ ਉਹ ਸੋਸ਼ਲ ਸਾਇੰਸ ਨਹੀਂ ਹੈ। ਫਿਰ ਜਿਹੜੇ ਨਿਯਮ ਆ ਉਹ ਸਰਵ ਵਿਆਪਕ ਨਹੀਂ ਹੁੰਦੇ। ਕਈ ਵਾਰ ਅੰਡਰ ਡਿਵੈਲਪ ਕੰਟਰੀ ਦੇ ਵਿੱਚ ਨਿਯਮ ਲਾਗੂ ਹੁੰਦਾ, ਦੂਸਰੀ ਜਗ੍ਹਾ ਨਹੀਂ ਹੁੰਦਾ। ਉਸ ਤੋਂ ਬਾਅਦ ਵੈਰੀਫਿਕੇਸ਼ਨ ਆਫ ਟਰੂਥਸ, ਇਹ ਵੀ ਪੱਕਾ ਹੈ ਕਿ ਜਿਹੜੇ ਇਕਨੋਮਿਕਸ ਦੇ ਨਿਯਮ ਉਹ ਫੀਲਡ ਦੇ ਵਿੱਚ ਜਾ ਕੇ ਜਿਹੜੇ ਚੈੱਕ ਕੀਤੇ ਜਾਂਦੇ ਆ, ਉਹਨਾਂ ਨੂੰ ਕੋਈ ਕਿਸੇ ਲੈਬੋਰਟਰੀ ਦੇ ਵਿੱਚ ਐਕਸਪੈਰੀਮੈਂਟ ਨਹੀਂ ਕੀਤਾ ਜਾਂਦਾ। ਹੁਣ ਦੂਜਾ ਕੁਐਸਚਨ ਇਹ ਹੈ ਕਿ ਜੇ ਇਕਨੋਮਿਕਸ ਸੋਸ਼ਲ ਸਾਇੰਸ, ਕਿਉਂਕਿ ਸੋਸ਼ਲ ਸਾਇੰਸ ਮੰਨੀ ਜਾਂਦੀ ਆ ਕਿਉਂਕਿ ਕਾਫੀ ਸਾਰੇ ਤਰਕ ਹੈਗੇ ਆ ਜਿਹੜੇ ਸੋਸ਼ਲ ਸਾਇੰਸ ਦੇ ਪੱਖ 'ਚ ਆ, ਅਤੇ ਕੀ ਉਹ ਵਾਸਤਵਿਕ ਵਿਗਿਆਨ ਵੀ ਹੈ? ਵਾਸਤਵਿਕ ਵਿਗਿਆਨ ਕੀ ਹੈ ਕਿ ਇਕਨੋਮਿਕਸ ਸਾਨੂੰ ਇਹ ਦੱਸਦੀ ਹੈ ਕਿ ਕੀ ਹੈ, ਵਿਗਿਆਨ ਸਾਨੂੰ ਇਹ ਦੱਸਦਾ ਹੈ ਕਿ ਕੀ ਹੈ। ਵਾਸਤਵਿਕ ਵਿਗਿਆਨ ਜਿਹੜੀ ਪੋਜ਼ੀਟਿਵ ਸਾਇੰਸ ਆ ਉਹ ਸਾਨੂੰ ਦੱਸਦੀ ਹੈ ਕਿ ਕੀ ਹੈ। ਠੀਕ ਇਸੇ ਤਰ੍ਹਾਂ ਇਕਨੋਮਿਕਸ ਵੀ ਦੱਸਦੀ ਹੈ ਕੀ ਹੈ। ਅਤੇ ਪ੍ਰੋਫੈਸਰ ਆਰ.ਟੀ. ਬਾਏ ਨੇ ਕਿਹਾ ਸੀ ਵਾਸਤਵਿਕ ਵਿਗਿਆਨ ਕਿਸੇ ਘਟਨਾ ਦੇ ਨਿਸ਼ਚਿਤ ਵਰਣਨ ਤੱਕ ਸੀਮਤ ਰਹਿੰਦਾ। ਇਹ ਇਸ ਦੀ ਵਿਆਖਿਆ ਕਰਦਾ ਕਿ ਕਿਸ ਤਰ੍ਹਾਂ ਕੰਮ ਕਰਦਾ ਹੈ ਅਤੇ ਇਸ ਦੇ ਅਰਥ ਅਤੇ ਪ੍ਰਭਾਵ ਕੀ ਹਨ। ਮੀਨਸ ਜਿਹੜਾ ਵਾਸਤਵਿਕ ਵਿਗਿਆਨ ਆ ਉਹ ਇਸ ਚੀਜ਼ ਨਾਲ ਸੰਬੰਧਿਤ ਹੁੰਦਾ ਕਿ ਕੀ ਹੈ, ਅਤੇ ਇਕਨੋਮਿਕਸ ਪੂਰੀ ਤਰ੍ਹਾਂ ਇਸ ਚੀਜ਼ ਦੀ ਵਿਆਖਿਆ ਕਰਦੀ ਹੈ ਕਿ ਕੋਈ ਵੀ ਚੀਜ਼ ਕਿ ਲਾਈਕ ਜਦੋਂ ਤੁਸੀਂ ਇਨਵੈਸਟਮੈਂਟ ਕਰਦੇ ਹੋ ਅਤੇ ਉਹਦੇ ਨਾਲ ਕੀ ਹੋ ਸਕਦਾ ਅੱਗੇ ਇਕੋਨਮੀ ਦੇ ਵਿੱਚ। ਜਿਸ ਤਰ੍ਹਾਂ ਆਪਾਂ ਕਹਿੰਦੇ ਇੱਕ ਡਿਵੈਲਪਮੈਂਟ ਪ੍ਰੋਸੈਸ ਹੈ ਜਿਹੜੀ ਸਟਾਰਟ ਹੋ ਸਕਦੀ ਹੈ ਜਦੋਂ ਇਨਵੈਸਟਮੈਂਟ ਕੀਤੀ ਜਾਏਗੀ, ਕੈਪੀਟਲ ਫਾਰਮੇਸ਼ਨ ਹੋਏਗੀ, ਇੰਪਲੋਇਮੈਂਟ ਜਨਰੇਟ ਹੋਏਗੀ, ਇਨਕਮ ਜਨਰੇਟ ਹੋਏਗੀ, ਡਿਮਾਂਡ ਹੋਏਗੀ, ਡਿਮਾਂਡ ਦੇ ਕਰਕੇ ਅੱਗੇ ਫਿਰ ਜਿਹੜੀ ਆ ਪ੍ਰੋਡਕਸ਼ਨ ਕੀਤੀ ਜਾਏਗੀ, ਇੱਕ ਜਿਹੜੀ ਪ੍ਰੋਸੈਸ ਆ ਸਟਾਰਟ ਹੋ ਜਾਏਗੀ। ਇਹ ਪ੍ਰੋਸੈਸ ਇਸੇ ਤਰ੍ਹਾਂ ਚੱਲਦੀ ਹੈ। ਮਤਲਬ ਇਹ ਕੀ ਹੈ ਵਟ ਇਜ਼, ਇਹ ਇਕਨੋਮਿਕਸ ਐਕਸਪਲੇਨ ਕਰਦੀ ਹੈ ਕਿ ਸਿਸਟਮ ਅਸਲ 'ਚ ਕੀ ਹੈ। ਅਤੇ ਜੇ ਹੁਣ ਇਕਨੋਮਿਕਸ ਇੱਕ ਵਾਸਤਵਿਕ ਵਿਗਿਆਨ ਆ ਅਤੇ ਦੂਸਰਾ ਇਹ ਵੀ ਹੈ ਕਿ ਇਹ ਆਦਰਸ਼ਾਤਮਕ ਵਿਗਿਆਨ ਵੀ ਹੈ। ਤਾਂ ਆਦਰਸ਼ਾਤਮਕ ਵਿਗਿਆਨ ਕੀ ਹੁੰਦਾ? ਆਦਰਸ਼ਾਤਮਕ ਵਿਗਿਆਨ ਹੁੰਦਾ ਕੀ ਹੋਣਾ ਚਾਹੀਦਾ, ਵਾਟ ਆਊਟ ਟੂ ਬੀ। ਅਤੇ ਇਕਨੋਮਿਕਸ ਇਹ ਵੀ ਦੱਸਦੀ ਹੈ ਕਿ ਕੀ ਹੋਣਾ ਚਾਹੀਦਾ। ਕਿ ਲਾਈਕ ਜੇ ਡਿਪਰੈਸ਼ਨ ਦੀ ਸਿਚੁਏਸ਼ਨ ਆ ਅਤੇ ਇਕਨੋਮਿਕਸ ਪੂਰੀ ਤਰ੍ਹਾਂ ਸਾਡੀ ਹੈਲਪ ਕਰਦੀ ਹੈ ਕਿ ਡਿਪਰੈਸ਼ਨ ਵਰਗੀ ਸਿਚੁਏਸ਼ਨ ਦੇ ਵਿੱਚੋਂ ਬਾਹਰ ਆਉਣ ਦੇ ਲਈ, ਕਿਉਂਕਿ ਇਕੋਨਮੀ 'ਚ ਪੈਸੀਮਿਜ਼ਮ ਆ, ਨਿਰਾਸ਼ਾਵਾਦ ਆ, ਪ੍ਰਾਈਵੇਟ ਸੈਕਟਰ ਇਨਵੈਸਟ ਨਹੀਂ ਕਰੇਗਾ, ਉੱਥੇ ਹਮੇਸ਼ਾ ਪਬਲਿਕ ਸੈਕਟਰ ਨੂੰ, ਗੌਰਮੈਂਟ ਨੂੰ ਇਨਵੈਸਟ ਕਰਨਾ ਪਏਗਾ। ਕਿ ਇਕਨੋਮਿਕਸ ਇਹ ਦੱਸਣ 'ਚ ਪੂਰੀ ਤਰ੍ਹਾਂ ਦੱਸਦੀ ਹੈ, ਹੈਲਪ ਕਰਦੀ ਹੈ ਡਿਪਰੈਸ਼ਨ ਦੇ ਵਿੱਚੋਂ ਬਾਹਰ ਆਉਣ ਲਈ ਇਕੋਨਮੀ ਨੂੰ। ਕਿ ਜੇ ਇਕੋਨਮੀ ਨੂੰ ਡਿਪਰੈਸ਼ਨ ਦੇ ਵਿੱਚੋਂ ਬਾਹਰ ਲਿਆਉਣਾ ਚਾਹੁੰਦੇ ਹਾਂ ਆਪਾਂ, ਅਤੇ ਸਾਨੂੰ ਗੌਰਮੈਂਟ ਸੈਕਟਰ ਨੂੰ, ਕਿਸੇ ਵੀ ਦੇਸ਼ ਦੀ ਸੈਂਟਰਲ ਗੌਰਮੈਂਟ ਨੂੰ ਉਹਦੇ ਵਿੱਚ ਇਨਵੈਸਟ ਕਰਨਾ ਪਏਗਾ। ਇੱਕ ਵਾਰ ਜਦੋਂ ਗੌਰਮੈਂਟ ਜਾਂ ਪਬਲਿਕ ਸੈਕਟਰ ਇਨਵੈਸਟ ਕਰ ਦੇਗਾ, ਉਹਦੇ ਨਾਲ ਜਿਹੜੀ ਡਿਮਾਂਡ ਦੇ ਵਿੱਚ ਵਾਧਾ ਹੋ ਜਾਏਗਾ। ਕਿਉਂਕਿ ਜਦੋਂ ਗੌਰਮੈਂਟ ਸੈਕਟਰ ਇਨਵੈਸਟ ਕਰੂਗਾ, ਇੰਪਲੋਇਮੈਂਟ ਜਨਰੇਟ ਹੋਏਗੀ, ਉਹਦੇ ਨਾਲ ਇਨਕਮ ਵਧੇਗੀ, ਇਨਕਮ ਦੇ ਵਿੱਚ ਵਾਧਾ ਹੋਣ ਦੇ ਨਾਲ ਡਿਮਾਂਡ ਦੇ ਵਿੱਚ ਵਾਧਾ ਹੋਏਗਾ, ਡਿਮਾਂਡ ਦੇ ਵਿੱਚ ਵਾਧਾ ਹੋਣ ਦੇ ਕਰਕੇ ਪ੍ਰਾਈਸਿਸ ਦੇ ਵਿੱਚ ਵਾਧਾ ਹੋਏਗਾ। ਅਤੇ ਇੱਕ ਵਾਰ ਜਦੋਂ ਪ੍ਰਾਈਸ ਦੇ ਵਿੱਚ ਵੀ ਵਾਧਾ ਹੋ ਜਾਏਗਾ ਅਤੇ ਫਿਰ ਡਿਪਰੈਸ਼ਨ ਦੇ ਵਿੱਚੋਂ ਇਕੋਨਮੀ ਬਾਹਰ ਆਉਣਾ ਸ਼ੁਰੂ ਹੋ ਜਾਏਗੀ, ਅਤੇ ਫਿਰ ਪ੍ਰਾਈਵੇਟ ਸੈਕਟਰ ਵੀ ਇਨਵੈਸਟ ਕਰਨਾ ਸ਼ੁਰੂ ਕਰ ਦੇਗਾ। ਇਟ ਮੀਨਸ ਇਕਨੋਮਿਕਸ ਇੱਕ ਵਾਸਤਵਿਕ ਵਿਗਿਆਨ ਆ ਕਿਉਂਕਿ ਇਹ ਦੱਸਦੀ ਹੈ ਕਿ ਕੀ ਹੈ, ਅਤੇ ਇਹ ਆਦਰਸ਼ਾਤਮਕ ਵਿਗਿਆਨ ਵੀ ਹੈ ਕਿਉਂਕਿ ਇਹ ਵੀ ਦੱਸਦੀ ਹੈ ਕਿ ਕੀ ਹੋਣਾ ਚਾਹੀਦਾ। ਅਤੇ ਹੁਣ ਨੈਕਸਟ ਇਹ ਹੈ ਕਿ ਕੀ ਇਕਨੋਮਿਕਸ ਇੱਕ ਕਲਾ ਵੀ ਹੈ? ਕਲਾ ਅਸਲ 'ਚ ਹੁੰਦੀ ਕੀ ਹੈ? ਕਿਸੇ ਵੀ ਸਿਸਟਮ ਦੀ ਸਟੈਪ ਬਾਈ ਸਟੈਪ ਸਟੱਡੀ। ਕਲਾ ਦੇ ਵਿੱਚ ਅਸੀਂ, ਕਲਾ ਦਾ ਸੰਬੰਧ ਜਿਹੜਾ ਉਹ ਇਹ ਹੈ ਕਿ ਕਲਾ ਉਹਨਾਂ ਤਰੀਕਿਆਂ ਦੀ ਪ੍ਰਣਾਲੀ ਹੈ ਜਿਨ੍ਹਾਂ ਰਾਹੀਂ ਨਿਸ਼ਚਿਤ ਉਦੇਸ਼ਾਂ ਦੀ ਪ੍ਰਾਪਤੀ ਕੀਤੀ ਜਾਂਦੀ ਹੈ। ਕਲਾ ਨਿਰਦੇਸ਼ਨ ਦਾ ਕੰਮ ਕਰਦੀ ਹੈ, ਇਹ ਬਿਹਾਰ ਵੱਲ ਲੈ ਕੇ ਜਾਂਦੀ ਹੈ, ਭਵਿੱਖਬਾਣੀ ਕਰਦੀ ਹੈ, ਅਤੇ ਸਧਾਰਨ ਸਮੱਸਿਆਵਾਂ ਨੂੰ ਸੁਲਝਾਉਂਦੀ ਹੈ। ਅਤੇ ਸੇਮ ਇਕਨੋਮਿਕਸ ਜਿਹੜੀਆਂ ਸਧਾਰਨ ਸਮੱਸਿਆਵਾਂ ਆਮ ਲੋਕਾਂ ਨੂੰ, ਆਮ ਕੰਜ਼ਿਊਮਰ ਨੂੰ ਜਾਂ ਪ੍ਰੋਡਿਊਸਰ ਨੂੰ ਜਾਂ ਗੌਰਮੈਂਟ ਨੂੰ
ਜਾਂ ਪਬਲਿਕ ਸੈਕਟਰ ਨੂੰ ਜਾਂ ਪ੍ਰਾਈਵੇਟ ਸੈਕਟਰ ਨੂੰ ਆਉਂਦੀਆਂ ਇਕਨੋਮਿਕਸ ਉਹਨਾਂ ਦਾ ਹੱਲ ਕੱਢਣ ਦੀ, ਉਹਨਾਂ ਦਾ ਸੋਲਿਊਸ਼ਨ ਦੇਣ ਦੀ ਕੋਸ਼ਿਸ਼ ਕਰਦੀ ਹੈ। ਕਲਾ ਦੇ ਹੁਣ ਇਕਨੋਮਿਕਸ ਕੀ ਕਲਾ ਆ, ਇਹਦੇ ਪੱਖ 'ਚ ਕੀ ਦਲੀਲਾਂ, ਸਭ ਤੋਂ ਪਹਿਲਾਂ ਤਾਂ ਸਮੱਸਿਆਵਾਂ ਦਾ ਹੱਲ ਦਿੰਦੀ ਹੈ। ਉਸ ਤੋਂ ਬਾਅਦ ਇਹ ਰੀਅਲਿਸਟਿਕ ਸਿਚੁਏਸ਼ਨ ਦੀ ਸਿਚੁਏਸ਼ਨ ਸਾਨੂੰ ਦਿਖਾਉਂਦੀ ਹੈ। ਇਸ ਤਰ੍ਹਾਂ ਨਹੀਂ ਹੈ ਕਿ ਇੱਕ ਬਸ ਕਹਾਣੀ ਦੱਸੀ ਜਾਂਦੀ ਹੈ, ਉਹਦੇ ਨਾਲ ਉਸ ਸੱਚਮੁੱਚ ਉਹਦਾ ਵਾਸਤਵਿਕ ਜੀਵਨ ਦੇ ਉੱਤੇ ਉਹਦਾ ਰਿਐਲਿਟੀ 'ਤੇ ਕੀ ਇਫੈਕਟ ਪਏਗਾ ਉਹ ਐਕਸਪਲੇਨ ਕੀਤਾ ਜਾਂਦਾ। ਔਰ ਫਿਰ ਜਿਹੜੀਆਂ ਜੰਪਸ਼ਨਸ ਵੀ ਹੁੰਦੀਆਂ ਉਹ ਪ੍ਰੈਕਟੀਕਲ ਹੁੰਦੀਆਂ, ਜਿਹੜੀਆਂ ਮਾਨਤਾਵਾਂ ਵੀ ਲਈਆਂ ਜਾਂਦੀਆਂ ਉਹ ਪ੍ਰੈਕਟੀਕਲ ਹੁੰਦੀਆਂ, ਅਤੇ ਜਿਹੜਾ ਨਿਯਮ ਫਿਰ ਬਣ ਗਿਆ ਇੱਕ ਵਾਰ ਉਹ ਕਿਤੇ ਵੀ ਅਪਲਾਈ ਹੋਏਗਾ। ਨਾ ਕਲਾ ਦੇ ਨਾ ਮਤਲਬ ਅਰਥ ਸ਼ਾਸਤਰ ਨਹੀਂ ਕਲਾ ਇੱਕ ਕਲਾ ਨਹੀਂ ਹੈ, ਇਹਦੇ ਵੀ ਪੱਖ 'ਚ ਥੋੜ੍ਹੀਆਂ ਜਿਹੀਆਂ ਦਲੀਲਾਂ ਹੈਗੀਆਂ ਆ। ਸਭ ਤੋਂ ਪਹਿਲਾਂ ਕਿ ਵਿਗਿਆਨ ਅਤੇ ਕਲਾ ਦੋ ਮਤਲਬ ਜੇ ਸਾਇੰਸ ਆ ਤਾਂ ਫਿਰ ਕਲਾ ਨਹੀਂ ਹੋ ਸਕਦੀ, ਜੇ ਆਰਟ ਨਹੀਂ ਹੋ ਸਕਦੀ, ਜੇ ਆਰਟ ਆ ਤਾਂ ਸਾਇੰਸ ਨਹੀਂ ਹੋ ਸਕਦੀ, ਇਹ ਥੋੜ੍ਹੇ ਜਿਹੇ ਇਕੋਨੋਮਿਸਟ ਮੰਨਦੇ ਆ। ਅਤੇ ਫਿਰ ਨੇਚਰ ਆਫ ਇਕਨੋਮਿਕ ਪ੍ਰੋਬਲਮਸ ਜਿਹੜੀਆਂ ਉਹ ਥੋੜ੍ਹੀਆਂ ਅਲੱਗ ਹੁੰਦੀਆਂ, ਉਹਨਾਂ 'ਤੇ ਧਾਰਮਿਕ ਸਮਾਜਿਕ ਸਾਰੇ ਪ੍ਰਭਾਵ ਵੀ ਪੈਂਦੇ ਆ। ਅਨਸਰਟਨਟੀ ਰਹਿੰਦੀ ਹੈ ਕਿ ਵੱਖਰੀਆਂ ਸਮੱਸਿਆਵਾਂ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਨੀਤੀਆਂ ਦੀ ਲੋੜ ਪੈ ਜਾਂਦੀ ਹੈ। ਤੁਰੰਤ ਹੱਲ ਦੀ ਕਮੀ ਆ ਕਿ ਇੱਦਾਂ ਨਹੀਂ ਹੁੰਦਾ ਕਿ ਇੱਕ ਪ੍ਰੋਬਲਮ ਆਈ ਤਾਂ ਉਹਦਾ ਇੱਕਦਮ ਇੱਕ ਸੋਲਿਊਸ਼ਨ ਆ ਕਿ ਇਕਨੋਮਿਕਸ ਦੇ ਵਿੱਚ ਆਹ ਸੋਲਿਊਸ਼ਨ ਆ, ਇਸ ਤਰ੍ਹਾਂ ਦੀ ਕਮੀ ਹੈ। ਪਰ ਫਿਰ ਵੀ ਜਦੋਂ ਅਸੀਂ ਐਂਡ ਦੇ ਵਿੱਚ ਜਦੋਂ ਪੂਰਾ ਸਮਾਂ ਆਪ ਕਰਕੇ ਦੇਖੀਏ ਤਾਂ ਆਪਾਂ ਕਹਿ ਸਕਦੇ ਹਾਂ ਕਿ ਕਿਉਂਕਿ ਇੱਕ ਸਿਸਟਮੈਟਿਕ ਸਟੱਡੀ ਹੈ, ਇੱਕ ਸਾਇੰਸ ਹੈ, ਅਤੇ ਕੀ ਹੋਣਾ ਚਾਹੀਦਾ ਅਤੇ ਕੀ ਹੈ ਇਹ ਵੀ ਦੱਸਦੀ ਹੈ। ਇਸ ਲਈ ਵਾਸਤਵਿਕ ਅਤੇ ਆਦਰਸ਼ਾਤਮਿਕ ਵਿਗਿਆਨ ਵੀ ਹੈ, ਅਤੇ ਇੱਕ ਪੂਰੇ ਸਿਸਟਮੈਟਿਕ ਵੇ ਦੇ ਨਾਲ ਸਟੱਡੀ ਕਰਕੇ ਪ੍ਰੋਬਲਮ ਦਾ ਸੋਲਿਊਸ਼ਨ ਦਿੰਦੀ ਹੈ। ਇਸ ਲਈ ਇਕਨੋਮਿਕਸ ਇੱਕ ਕਲਾ ਵੀ ਹੈ। ਇਹਦੇ ਨਾਲ ਜਿਹੜੀ ਇਕਨੋਮਿਕਸ ਦਾ ਜਿਹੜਾ ਇਹ ਸਰੂਪ ਸੀਗਾ, ਇਹ ਨੇਚਰ ਸੀਗੀ, ਇਹ ਖਤਮ ਹੁੰਦੀ ਹੈ। ਕੱਲ੍ਹ ਆਪਾਂ ਕਰਾਂਗੇ ਇਕਨੋਮਿਕਸ ਦੀਆਂ ਲਿਮਿਟੇਸ਼ਨਸ, ਅਤੇ ਉਹਦੇ ਨਾਲ ਸਾਡਾ ਜਿਹੜਾ ਪੂਰਾ ਟੋਪਿਕ ਆ, ਪੂਰਾ ਕੰਸੈਪਟ ਆ ਉਹ ਕੰਪਲੀਟ ਹੋ ਜਾਏਗਾ। ਥੈਂਕ ਯੂ ਸੋ ਮਚ।